Morning students, and welcome to the English class. Students, we were doing Secret of Happiness chapter written by N.V. Peale, right? We have done 2 points of this chapter. ਇਹਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ N.V. Peale ਨੇ 4 ਸੀਕ੍ਰੇਟਸ ਦੱਸੇ ਨੇ ਖੁਸ਼ ਰਹਿਣ ਦੇ, ਜਿਹਦੇ ਵਿੱਚੋਂ 2 ਅਸੀਂ ਆਪਣੇ ਪ੍ਰੀਵੀਅਸ ਲੈਕਚਰ ਦੇ ਵਿੱਚ ਕੰਪਲੀਟ ਕਰ ਲਏ ਸੀ। ਅੱਜ ਅਸੀਂ ਰੈਸਟ ਆਫ ਦਾ ਜਿਹੜੇ 2 ਪਾਰਟਸ ਬਚੇ ਨੇ ਉਹਨਾਂ ਨੂੰ ਕੰਪਲੀਟ ਕਰਾਂਗੇ। ਸੋ 3rd ਪੁਆਇੰਟ ਹੈ ਤੁਹਾਡਾ ਦ ਇਸਕੇਪ ਫਰੋਮ ਫੇਅਰ। ਇਸਕੇਪ ਕੀ ਹੁੰਦਾ ਆ? ਬਾਹਰ ਆ ਜਾਣਾ ਕਿਸੇ ਚੀਜ਼ ਤੋਂ, ਠੀਕ ਹੈ। ਫੇਅਰ ਕੀ ਹੁੰਦਾ? ਡਰ, ਡਰ ਤੋਂ ਬਾਹਰ ਆ ਜਾਣਾ। A British publishing house issued some years ago a volume of sermons under the title If I Could Preach Only Once। ਹੁਣ ਕਹਿੰਦੇ ਕਿ ਬ੍ਰਿਟਿਸ਼ ਪਬਲਿਸ਼ਿੰਗ ਹਾਊਸ ਨੇ ਇੱਕ ਵੋਲੀਅਮ ਪਬਲਿਸ਼ ਕੀਤੀ ਸਰਮਨਸ ਦੀ। ਸਰਮਨਸ ਕੀ ਹੁੰਦੇ ਆ? ਅ ਟਾਕ ਔਨ ਅ ਰਿਲੀਜੀਅਸ ਔਰ ਮੋਰਲ ਸਬਜੈਕਟ, ਕਿਸੇ ਧਾਰਮਿਕ ਗੱਲ ਦੇ ਉੱਤੇ ਕੋਈ ਉਪਦੇਸ਼ ਦੇਣਾ। ਉਹਨਾਂ ਨੇ ਇੱਕ ਵੋਲੀਅਮ ਰਿਲੀਜ਼ ਕੀਤੀ। ਵੋਲੀਅਮ ਆਈ ਹੋਪ ਤੁਹਾਨੂੰ ਪਤਾ ਹੋਏਗਾ, ਆਪਾਂ ਸੀਰੀਜ਼ ਕਹਿ ਸਕਦੇ ਹਾਂ, ਬੁੱਕਸ ਦੀ ਸੀਰੀਜ਼ ਹੁੰਦੀ ਹੈ, ਠੀਕ ਹੈ। ਸੋ ਉਹਦਾ ਟਾਈਟਲ ਸੀਗਾ ਇਫ ਆਈ ਕੁਡ ਪ੍ਰੀਚ ਓਨਲੀ ਵੰਸ, ਕਿ ਜੇ ਮੈਂ ਇੱਕ ਵਾਰ ਪ੍ਰੀਚ ਹੁੰਦਾ ਆ ਟੀਚ ਕਰਨਾ, ਕੋਈ ਉਪਦੇਸ਼ ਦੇਣਾ, ਠੀਕ ਹੈ। ਜੇ ਮੈਂ ਇੱਕ ਵਾਰ ਉਪਦੇਸ਼ ਦੇ ਸਕਾਂ। ਉਹਨਾਂ ਨੇ ਪਬਲਿਸ਼ ਕੀਤੀ ਵੋਲੀਅਮ, ਬ੍ਰਿਟਿਸ਼ ਪਬਲਿਸ਼ਿੰਗ ਹਾਊਸ ਨੇ, ਠੀਕ ਹੈ। One of the sermons was by Gilbert Chesterton। ਹੁਣ ਇੱਕ ਸਰਮਨ ਉਹਦੇ ਵਿੱਚੋਂ ਇੱਕ ਉਪਦੇਸ਼ ਦਿੱਤਾ ਗਿਲਬਰਟ ਚੈਸਟਰਟਨ ਨੇ। ਉਹਨਾਂ ਨੇ ਕੀ ਕਿਹਾ? ਇਫ ਆਈ ਹੈਡ ਓਨਲੀ ਵਨ ਸਰਮਨ ਟੂ ਪ੍ਰੀਚ, ਕਹਿੰਦੇ ਕਿ ਜੇ ਮੈਨੂੰ ਇੱਕ ਵਾਰ ਮੌਕਾ ਮਿਲੇ ਪ੍ਰੀਚ ਕਰਨ ਦਾ। ਪ੍ਰੀਚ ਦਾ ਮਤਲਬ ਹੁੰਦਾ ਡਿਲੀਵਰ ਅ ਸਰਮਨ ਔਰ ਰਿਲੀਜੀਅਸ ਐਡਰੈਸ ਟੂ ਐਨ ਅਸੈਂਬਲਡ ਗਰੁੱਪ ਆਫ ਪੀਪਲ ਟਿਪੀਕਲੀ ਇਨ ਅ ਚਰਚ। ਇੱਕ ਧਾਰਮਿਕ ਸੰਬੋਧਿਤ ਕਰਨਾ, ਕੋਈ ਉਪਦੇਸ਼ ਦੇਣਾ ਗਰੁੱਪ ਆਫ ਪੀਪਲ ਨੂੰ। ਟਿਪੀਕਲੀ ਇਹ ਚਰਚ ਦੇ ਵਿੱਚ ਹੁੰਦਾ ਆ, ਅਤੇ ਪ੍ਰੀਚ ਦਾ ਮਤਲਬ ਵੈਸੇ ਹੁੰਦਾ ਆ ਪ੍ਰਚਾਰ ਕਰਨਾ, ਠੀਕ ਹੈ। ਸੋ ਉਹ ਕਹਿੰਦੇ ਕਿ ਗਿਲਬਰਟ ਚੈਸਟਰਟਨ ਕਹਿ ਰਹੇ ਕਿ ਅਗਰ ਮੈਨੂੰ ਇੱਕ ਵਾਰ ਧਾਰਮਿਕ ਉਪਦੇਸ਼ ਦੇਣ ਦਾ ਮੌਕਾ ਮਿਲਦਾ ਆ। ਚੈਸਟਰਟਨ ਡਿਕਲੇਅਰਡ ਇਟ ਵੁੱਡ ਬੀ ਸਰਮਨ ਅਗੇਂਸਟ ਫੇਅਰ। ਕਹਿੰਦੇ ਕਿ ਇਹ ਜਿਹੜਾ ਸਰਮਨ ਹੋਏਗਾ ਇਹ ਕਿਹਦੇ ਅਗੇਂਸਟ ਹੋਏਗਾ? ਫੇਅਰ, ਡਰ ਦੇ ਅਗੇਂਸਟ ਹੋਏਗਾ। ਕਿ ਮੈਂ ਡਰ ਦੇ ਅਗੇਂਸਟ ਬੋਲਣਾ ਚਾਹਾਂਗਾ ਕਿ ਡਰ ਨੂੰ ਕਿੱਦਾਂ ਅਸੀਂ ਦੂਰ ਕਰ ਸਕਦੇ ਹਾਂ। ਵਾਈ ਸ਼ੁੱਡ ਦਿਸ ਐਮੀਨੈਂਟ ਮੈਨ of letters single out so ordinary and adversary। eminent means ਹੁੰਦਾ famous, ਉੱਗੇ, ਠੀਕ ਹੈ। ਉੱਗੇ ਹੁਣ ਕਿਹਨੂੰ ਕਿਹਾ ਗਿਆ ਹੈ? ਗਿਲਬਰਟ ਚੈਸਟਰਟਨ ਨੂੰ, ਠੀਕ ਹੈ, ਕਿਉਂਕਿ ਉਹ ਬਹੁਤ ਹੀ ਮਹਾਨ ਜਿਹੜੇ ਵਿਅਕਤੀ ਪ੍ਰੀਚਰ ਮੰਨੇ ਜਾਂਦੇ ਆ, ਠੀਕ ਹੈ। ਸੋ ਐਡਵਰਸਰੀ ਹੁੰਦਾ ਆ ਓਪੋਨੈਂਟ, ਵਿਰੋਧੀ। ਹੁਣ ਕਹਿੰਦੇ ਕਿ ਇਹ ਜਿਹੜਾ ਮਹਾਨ ਵਿਅਕਤੀ ਸੀ ਉਹਨੇ ਇਸ ਗੱਲ ਦੇ ਉੱਤੇ, ਫੇਅਰ ਦੇ ਉੱਤੇ ਕਿਉਂ ਬੋਲਿਆ? ਫਸਟ ਆਫ ਆਲ ਬਿਕੋਜ਼ ਫੇਅਰ ਇਜ਼ ਵਨ ਆਫ ਮੈਨਸ ਮੋਸਟ ਕਾਮਨ ਐਨੀਮੀਜ਼। ਕਹਿੰਦੇ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਫੇਅਰ ਹੁੰਦਾ ਆ ਉਹ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਆ। ਇਟ ਟੱਚਿਜ਼ ਐਵਰੀ ਵਨ ਆਫ ਅਸ ਇਨ ਸਮ ਵੇ। ਇਹ ਕੀ ਕਰਦਾ ਆ? ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਡਰ ਹੈ ਉਹ ਟੱਚ ਕਰਦਾ ਆ ਲਾਈਫ ਦੇ ਵਿੱਚ। ਹਰ ਇੱਕ ਨੂੰ ਕਿਸੇ ਨਾ ਕਿਸੇ ਚੀਜ਼ ਦਾ ਮਤਲਬ ਕਹਿਣ ਦਾ ਭਾਵ ਆ ਡਰ ਹੁੰਦਾ ਹੀ ਹੈ। ਮੈਨੀ ਪੀਪਲ ਫੋਰ ਐਗਜ਼ਾਮਪਲ ਹੈਵ ਫਾਈਨੈਂਸ਼ੀਅਲ ਫੇਅਰਸ। ਕਈਆਂ ਨੂੰ ਫਾਈਨੈਂਸ਼ੀਅਲ ਫੇਅਰਸ ਆ ਕਿ ਮੇਰੇ ਕੋਲ ਪੈਸੇ ਨਹੀਂ ਆ, ਜਾਂ ਮੈਂ ਪੈਸੇ ਕਿੱਦਾਂ ਕਮਾਵਾਂ, ਜਾਂ ਜਿਹਦੇ ਕੋਲ ਜ਼ਿਆਦਾ ਆ ਮੈਂ ਕਿੱਦਾਂ ਸੰਭਾਲਾਂ ਪੈਸੇ। ਕੋਈ ਇਨਕਮ ਟੈਕਸ ਵਾਲਾ ਆ ਕੇ ਮੈਨੂੰ ਟੈਕਸ ਨਾ ਪਾ ਦੇਵੇ। ਹਰ ਇੱਕ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਪੈਸੇ ਦੀ, ਫਾਈਨੈਂਸ਼ੀਅਲੀ। ਵੀ ਹੈਵ ਫੇਅਰਸ ਫੋਰ ਆਫ ਇਲ ਹੈਲਥ। ਕਿਸੇ ਨੂੰ ਆਪਣੀ ਖਰਾਬ ਸਿਹਤ ਦੀ ਫਿਕਰ ਹੈ। ਐਂਟੀਸੀਪੇਟਿੰਗ ਦਾ ਡਾਇਰਫੁਲ ਕੌਨਸੀਕੁਐਂਸ ਆਫ ਬੀਇੰਗ ਓਵਰਟੇਕਨ ਬਾਏ ਸਮ ਬੋਡੀਲੀ ਐਫਲਿਕਸ਼ਨ। ਐਂਟੀਸੀਪੇਟਿੰਗ ਹੁੰਦਾ ਐਕਸਪੈਕਟ ਕਰਨਾ, ਕੁਛ ਆਸ ਕਰਨਾ। ਡਾਇਰਫੁਲ ਹੁੰਦਾ ਐਕਸਟ੍ਰੀਮਲੀ ਬੈਡ, ਬਹੁਤ ਹੀ ਭਿਆਨਕ। ਐਫਲਿਕਸ਼ਨ ਮੀਨਸ ਅ ਕਾਜ਼ ਆਫ ਪੇਨ, ਦੁੱਖ। ਹੁਣ ਕਹਿੰਦੇ ਕਿ ਕਈਆਂ ਨੂੰ ਹੁੰਦਾ ਹੈ ਕਿ ਆਪਣੀ ਜਿਹਦੀ ਹੈਲਥ ਸਹੀ ਨਹੀਂ ਆ, ਆਪਣੀ ਹੈਲਥ ਨੂੰ ਲੈ ਕੇ ਦੁਖੀ ਆ ਕਿ ਮੇਰੀ ਹੈਲਥ ਨਹੀਂ ਸਹੀ ਰਹਿੰਦੀ, ਜਾਂ ਕੋਈ ਬਿਮਾਰੀ ਲੱਗੀ ਹੋਈ ਆ। ਦੈਨ ਉਹਦੇ ਨਾਲ ਕੀ ਹੁੰਦਾ ਆ? ਕਹਿੰਦੇ ਕਿ ਇੱਦਾਂ ਦੇ ਜਿਹੜੇ ਜਿੰਨੇ ਵੀ ਦੁੱਖ ਹੈ ਇਹ ਡਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੀ ਆ? ਡਰਾਉਂਦੇ ਆ ਲੋਕਾਂ ਨੂੰ।
We allow ourselves to be made miserable by fear of what the future holds or fears of the consequences of past acts and decisions. ਹੁਣ ਕਹਿੰਦੇ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਡਰ ਦੇ ਅਧੀਨ ਖੁਦ ਕਰਦੇ ਹਾਂ। ਜਦੋਂ ਆਪਾਂ ਸੋਚਦੇ ਰਹਿੰਦੇ ਹਾਂ ਕਿ ਕੀ ਹੋਏਗਾ ਜੇ ਮੈਂ ਬਿਮਾਰ ਹਾਂ ਤਾਂ ਕੀ ਹੋਏਗਾ, ਜੇ ਮੈਨੂੰ ਪੈਸੇ ਦੀ ਪ੍ਰੋਬਲਮ ਆ ਤਾਂ ਕੀ ਹੋਏਗਾ, ਅਸੀਂ ਇਹਨਾਂ ਸਾਰੇ ਡਰਾਂ ਨੂੰ ਆਪਣੇ ਆਪ ਉੱਤੇ ਖੁਦ ਹਾਵੀ ਕਰਦੇ ਹਾਂ। Fears of one kind and another haunt us and cast a shadow over our happiness. ਕਹਿੰਦੇ ਕਿ ਜਿਹੜੇ ਫੇਅਰ ਹੁੰਦੇ ਆ, ਡਰ ਹੁੰਦੇ ਆ, ਉਹ ਇੱਕ ਪਰਛਾਈ ਦੀ ਤਰ੍ਹਾਂ ਸਾਡੇ ਜਿਹੜੇ ਸੁੱਖਾਂ ਨੂੰ, ਸਾਡੀ ਜਿਹੜੀ ਖੁਸ਼ੀ ਨੂੰ ਆ ਉਹਦੇ ਉੱਤੇ ਪਰਛਾਈ ਬਣ ਕੇ ਡਰਾਉਂਦੇ ਆ ਸਾਨੂੰ, ਅਤੇ ਅਸੀਂ ਆਪਣੀ ਖੁਸ਼ੀ ਨੂੰ ਭੁੱਲ ਕੇ ਆਪਣੇ ਦੁੱਖ ਨੂੰ ਜਾਂ ਫਿਰ ਡਰ ਦੇ ਨੂੰ ਜ਼ਿਆਦਾ ਤਵੱਜੋ ਦਿੰਦੇ ਹਾਂ, ਉਹਦੇ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਹੁਣ ਹੁੰਦਾ ਕੀ ਆ, ਇਨਸਾਨ ਜੋ ਸੋਚਦਾ ਆ ਉਹਦੇ ਮਾਇੰਡ ਦੇ ਵਿੱਚ ਜੋ ਵੀ ਉਹ ਚੱਲਦਾ ਆ ਉਹੀ ਉਹਦੇ ਨਾਲ ਆਟੋਮੈਟਿਕਲੀ ਹੁੰਦਾ ਆ। ਕਿ ਅਗਰ ਇਨਸਾਨ ਨੈਗੇਟਿਵ ਥਿੰਕਿੰਗ ਰੱਖੇਗਾ ਤਾਂ ਉਹਨੂੰ ਇੱਦਾਂ ਹੀ ਲੱਗੇਗਾ ਕਿ ਉਹਦੇ ਨਾਲ ਉਹੀ ਚੀਜ਼ਾਂ ਹੋ ਰਹੀਆਂ ਹੈ। ਇਹ ਕਹਿਣਾ ਚਾਹ ਰਿਹਾ ਰਾਈਟਰ, ਠੀਕ ਹੈ। ਉਹ ਕਹਿੰਦਾ ਕਿ ਡਰ ਨੂੰ ਅਸੀਂ ਆਪਣੇ ਆਪ ਉੱਤੇ ਖੁਦ ਹੀ ਹਾਵੀ ਕਰਦੇ ਹਾਂ, ਜਿਹਦੇ ਕਰਕੇ ਸਾਡੀ ਜਿਹੜੀ ਖੁਸ਼ੀ ਹੁੰਦੀ ਆ ਉਹਨੂੰ ਵੀ ਡਰ ਜਿਹੜਾ ਆ ਘੇਰ ਲੈਂਦਾ ਆ, ਅਤੇ ਜਿਹੜੀ ਸਾਡੀ ਖੁਸ਼ੀ ਆ ਉਹ ਵੀ ਸਾਨੂੰ ਨਹੀਂ ਮਿਲ ਪਾਉਂਦੀ। No person is at his best or in full control of his powers if he is the victim of fear. ਕਹਿੰਦਾ ਕਿ ਕੋਈ ਵੀ ਵਿਅਕਤੀ ਜਿਹੜਾ ਆ ਉਹਦੇ ਕੋਲ ਫੁੱਲ ਕੰਟਰੋਲ ਨਹੀਂ ਹੁੰਦਾ ਆਪਣੀਆਂ ਪਾਵਰਸ ਦਾ, ਅਤੇ ਉਹ ਕੀ ਆ, ਵਿਕਟਮ ਹੁੰਦਾ ਆ, ਉਸ ਚੀਜ਼ ਨੂੰ ਭੁਗਤਣਾ, ਫੇਅਰ ਦਾ ਵਿਕਟਮ ਬਣਦਾ ਹੀ ਆ ਫਿਰ ਇਨਸਾਨ ਜਦੋਂ ਆਪਣੀਆਂ ਪਾਵਰਸ ਨੂੰ ਕੰਟਰੋਲ ਨਹੀਂ ਕਰ ਸਕਦਾ। In many ways, fear lays its paralyzing hand upon an individual and becomes a chief obstacle to the full development of personality and to the achievement of success in life. ਹੁਣ ਕਹਿੰਦੇ ਕਿ ਬਹੁਤ ਜ਼ਿਆਦਾ ਤਰੀਕਿਆਂ ਦੇ ਨਾਲ ਜਿਹੜਾ ਪੈਰਾਲਾਈਜ਼ ਹੁੰਦਾ ਆ, ਜਿਹਨੂੰ ਆਪਾਂ ਅਧਰੰਗ ਵੀ ਕਹਿੰਦੇ ਹਾਂ ਜਾਂ ਅਪਾਹਿਜ ਕਹਿੰਦੇ ਹਾਂ, ਠੀਕ ਹੈ। ਹੁਣ ਇੱਕ ਜਿਹੜਾ ਬੰਦਾ ਆ ਉਹ ਸੋਚੀ ਜਾਏਗਾ ਕਿ ਮੇਰਾ ਡਰ ਜਿਹੜਾ ਆ ਉਹੀ ਸਭ ਤੋਂ ਵੱਡਾ ਆ, ਉਹਨੂੰ ਆਪਣੀ ਖੁਸ਼ੀ ਨਹੀਂ ਦਿਖਦੀ, ਤਾਂ ਫਿਰ ਕੀ ਆ, ਉਹ ਓਬਸਟੈਕਲ ਹੁੰਦਾ, ਬੈਰੀਅਰ ਜਾਂ ਫਿਰ ਰੁਕਾਵਟ ਕਿਸੇ ਚੀਜ਼ ਦੇ ਵਿੱਚ। ਫਿਰ ਉਹਦੀ ਫੁੱਲ ਡਿਵੈਲਪਮੈਂਟ, ਜਿਹੜੀ ਪਰਸਨੈਲਿਟੀ ਜਿਹੜੀ ਡਿਵੈਲਪਮੈਂਟ ਹੋਣੀ ਹੈ ਉਸ ਬੰਦੇ ਦੀ, ਉਹਦੇ ਡਰ ਦੇ ਕਰਕੇ, ਉਹਦੀ ਸੋਚ ਦੇ ਕਰਕੇ ਉਹ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਰੁਕਾਵਟ ਪੈ ਜਾਂਦੀ ਆ। ਅਗਰ ਉਹ ਸੋਚੇਗਾ ਕਿ ਮੇਰਾ ਜਿਹੜਾ ਡਰ ਆ ਉਹੀ ਮਹਾਨ ਹੈ, ਮੇਰੀ ਖੁਸ਼ੀ ਜਾਂ ਮੇਰੀਆਂ ਪੋਜ਼ੀਟਿਵ ਜਿਹੜੀਆਂ ਥੋਟਸ ਆ ਉਹ ਛੋਟੀਆਂ ਨੇ। ਐਂਡ ਟੂ ਦ ਅਚੀਵਮੈਂਟ ਆਫ ਸਕਸੈਸ ਇਨ ਲਾਈਫ, ਅਤੇ ਉਹ ਇੱਦਾਂ ਕਰਕੇ ਕੀ ਕਰੇਗਾ, ਆਪਣੀ ਲਾਈਫ ਦੇ ਵਿੱਚ ਅਚੀਵਮੈਂਟ ਹਾਸਿਲ ਨਹੀਂ ਕਰ ਸਕੇਗਾ। The person who wishes to become adept in the art of living must learn to conquer and subdue his fears. ਹੁਣ ਕਹਿੰਦੇ ਕਿ ਜਿਹੜਾ ਪਰਸਨ ਅਡੈਪਟ ਹੁੰਦਾ ਆ ਕਿਸੇ ਚੀਜ਼ ਨੂੰ ਦੇ ਵਿੱਚ ਬਹੁਤ ਕੁਸ਼ਲ ਹੋਣਾ, ਵੈਰੀ ਸਕਿਲਡ, ਕਿਸੇ ਚੀਜ਼ ਦੇ ਨੂੰ ਕਰਨ ਦੀ ਨਿਪੁੰਨਤਾ। ਕਹਿੰਦੇ ਅਗਰ ਕੋਈ ਪਰਸਨ ਚਾਹੁੰਦਾ ਆ ਕਿ ਉਹ ਜੀਣ ਦੀ ਕਲਾ ਨੂੰ ਜਿਹੜਾ ਸਿੱਖਣਾ ਚਾਹੁੰਦਾ ਆ, ਅਤੇ ਉਹਨੂੰ ਕੀ ਕਰਨਾ, ਕਨਕੁਇਰ ਹੁੰਦਾ ਬੀਟ, ਜਿੱਤਣਾ, ਸਬਡਿਊ ਹੁੰਦਾ ਆ ਓਵਰਪਾਵਰ, ਆਪਣੇ ਡਰ ਨੂੰ ਆਪਣੇ ਅਧੀਨ ਕਰਨਾ ਹੀ ਪਏਗਾ ਅਗਰ ਉਹ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਦੇ ਨਾਲ ਜੀਣਾ ਚਾਹੁੰਦਾ ਆ। ਦਿਸ ਇਜ਼ ਅ ਪ੍ਰੋਬਲਮ ਕਾਮਨ ਟੂ ਅਸ ਆਲ। ਇਹ ਜਿਹੜੀ ਕਹਿੰਦੇ ਪ੍ਰੋਬਲਮ ਆ ਇਹ ਸਾਡੀ ਸਾਰਿਆਂ ਨੂੰ ਅਸੀਂ ਫੇਸ ਕਰਦੇ ਹਾਂ, ਕਿਸੇ ਨਾ ਕਿਸੇ ਤਰੀਕੇ ਦਾ ਡਰ ਜ਼ਰੂਰ ਹੁੰਦਾ। ਜਿੱਦਾਂ ਸਟੂਡੈਂਟਸ ਨੂੰ ਕੀ ਡਰ ਹੁੰਦਾ ਆ ਕਿ ਐਗਜ਼ਾਮਸ ਆ ਗਏ ਆ, ਮੈਂ ਕਿੱਦਾਂ ਪੜ੍ਹਾਂਗਾ, ਉਹ ਹੁਣ ਡਰ ਕਿੱਦਾਂ ਦੂਰ ਕੀਤਾ ਜਾ ਸਕਦਾ। ਜੇ ਅਸੀਂ ਐਗਜ਼ਾਮਪਲ ਲਈਏ, ਜੇ ਆਪਾਂ ਸ਼ੁਰੂ ਤੋਂ ਪੜ੍ਹਨਾ ਸ਼ੁਰੂ ਕਰ ਦਈਏ, ਪਹਿਲੇ ਦਿਨ ਤੋਂ ਜਦੋਂ ਟੀਚਰ ਕਰਾਉਂਦਾ ਆ ਕੋਈ ਵੀ ਸਬਜੈਕਟ ਹੈ, ਕੰਮ ਕਰਾਉਂਦਾ ਆ, ਅਗਰ ਉਹਨੂੰ ਨਾਲ ਦੇ ਨਾਲ ਕਰਦਾ ਆ, ਕਲਾਸ ਟੈਸਟ ਦੇ ਵਿੱਚ ਕਰਦਾ ਆ, ਅਤੇ ਫਿਰ ਉਹਨੂੰ ਫਾਈਨਲ ਐਗਜ਼ਾਮਸ ਦੇ ਵਿੱਚ ਕੋਈ ਵੀ ਕੀ ਹੋਏਗੀ, ਪ੍ਰੋਬਲਮ ਨਹੀਂ ਆਏਗੀ, ਠੀਕ ਹੈ। ਸੋ ਹਰ ਇੱਕ ਡਰ ਨੂੰ ਦੂਰ ਕਰਨ ਦਾ ਕੋਈ ਨਾ ਕੋਈ ਤਰੀਕਾ ਹੁੰਦਾ ਆ, ਬਸ ਇਨਸਾਨ ਨੇ ਚੰਗੇ ਤਰੀਕੇ ਨਾਲ ਉਹਨੂੰ ਟੈਕਲ ਕਰਨਾ ਸਿੱਖਣਾ ਆ, ਠੀਕ ਹੈ। ਐਂਡ ਆਈ ਵਾਂਟ ਟੂ ਸਟੇਟ ਐਟ the utmost and encouraging fact that any and every individual can escape from fear. ਹੁਣ ਗਿਲਬਰਟ ਚੈਸਟਰਟਨ ਆ, ਉਹ ਕਹਿੰਦੇ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹਰ ਇੱਕ ਬੰਦਾ ਆਪਣੇ ਡਰ ਦੇ ਉੱਤੇ ਕੀ ਆ, ਕੰਟਰੋਲ ਕਰ ਸਕਦਾ ਆ, ਉਹਦੇ ਤੋਂ ਜਿੱਤ ਸਕਦਾ ਆ। ਰਿਮੈਂਬਰ ਦਿਸ,
however only you can conquer your fears। ਕਹਿੰਦੇ ਕਿ ਇੱਕ ਗੱਲ ਯਾਦ ਰੱਖਣੀ, ਸਿਰਫ ਤੇ ਸਿਰਫ ਤੁਸੀਂ ਖੁਦ ਹੀ ਆਪਣੇ ਡਰ ਦੇ ਉੱਤੇ ਕਾਬੂ ਪਾ ਸਕਦੇ ਹੋ। ਹੁਣ ਕੋਈ ਹੋਰ ਦੂਸਰਾ ਬੰਦਾ ਤੁਹਾਡੇ ਡਰ ਨੂੰ ਦੂਰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੁਸੀਂ ਖੁਦ ਨਹੀਂ ਕੋਸ਼ਿਸ਼ ਕਰਦੇ। ਤੁਹਾਡਾ ਡਰ ਹੈ, ਦੂਰ ਵੀ ਤੁਸੀਂ ਹੀ ਕਰ ਸਕਦੇ ਹੋ, ਇਹਦੇ ਵਿੱਚ ਕੋਈ ਹੋਰ ਦੂਜਾ ਤੁਹਾਡੀ ਹੈਲਪ ਨਹੀਂ ਕਰ ਸਕਦਾ। ਅਦਰਸ may help you but ultimately you must do it yourself। ਦੂਸਰੇ ਤੁਹਾਨੂੰ ਹੈਲਪ ਕਰ ਸਕਦੇ ਆ, ਸਲਾਹ ਦੇ ਸਕਦੇ ਆ ਕਿ ਇੱਦਾਂ ਤੁਸੀਂ ਕਰ ਲਓ, ਜਿੱਦਾਂ ਕਿ ਟੀਚਰ ਸਲਾਹ ਦਿੰਦਾ ਹੈ ਕਿ ਨਾਲ ਦੇ ਨਾਲ ਟੈਸਟ ਜਿਹੜੇ ਆ ਰਿਵਾਈਜ਼ ਕਰੋ, ਠੀਕ ਹੈ। ਹੁਣ ਅਗਰ ਤੁਸੀਂ ਟੀਚਰ ਦਾ ਕਹਿਣਾ ਮੰਨੋਗੇ ਤਾਂ ਫਿਰ ਹੋ ਜਾਏਗਾ ਸਭ ਕੁਛ ਵਧੀਆ, ਹੈ ਨਾ। ਬਟ ਕਰਨਾ ਕੀ ਹੈ, ਲਰਨ ਤੁਹਾਨੂੰ ਹੀ ਕਰਨਾ ਪਏਗਾ। ਸੋ ਇਸੇ ਤਰੀਕੇ ਦੇ ਨਾਲ ਗਿਲਬਰਟ ਜੋ ਹੈ ਉਹ ਵੀ ਇਹ ਕਹਿ ਰਿਹਾ ਕਿ ਅਗਲੇ ਜਿਹੜੇ ਦੂਸਰੇ ਇਨਸਾਨ ਆ ਤੁਹਾਨੂੰ ਸਲਾਹ ਦੇ ਸਕਦੇ ਆ, ਬਟ ਕਰਨਾ ਤੁਸੀਂ ਖੁਦ ਹੀ ਆ। ਆਪਣੇ ਡਰ 'ਤੇ ਜਿੱਤ ਤੁਸੀਂ ਖੁਦ ਪਾਣੀ ਹੈ। The first step, and for that matter a large part of the campaign against one's fears, is to get a complete and thorough ongoing knowledge of them, bring them out into the light of day and watch them shrivel up। ਕੈਂਪੇਨ ਹੁੰਦਾ ਹੈ ਕੋਈ ਮੁਹਿੰਮ। ਕਹਿੰਦੇ ਕਿ ਪਹਿਲਾ ਜਿਹੜਾ ਸਟੈਪ ਹੈ ਤੁਸੀਂ ਡਰ ਨੂੰ ਦੂਰ ਕਰਨ ਦੇ ਵਿੱਚ ਜਿਹੜਾ ਚੱਕਣਾ ਆ, ਪਹਿਲਾ ਕਦਮ ਜਿਹੜਾ ਆ, ਤੁਸੀਂ ਨੌਲੇਜ ਗੋਇੰਗ ਨੌਲੇਜ ਆਫ ਦੈਮ, ਤੁਸੀਂ ਕੰਪਲੀਟਲੀ ਕੀ ਆ ਨੌਲੇਜ ਜਿਹੜੀ ਆ ਹਾਸਿਲ ਕਰਨੀ ਆ ਕਿ ਡਰ ਕਿਸ ਚੀਜ਼ ਦਾ ਆ, ਕਿਸ ਚੀਜ਼ ਦਾ ਤੁਹਾਨੂੰ ਡਰ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਓਬਵੀਅਸਲੀ ਤੁਹਾਨੂੰ ਪਤਾ ਹੁੰਦਾ ਹੈ ਕਿਸ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਆ, ਠੀਕ ਹੈ। ਦੈਨ ਕਹਿੰਦੇ ਜਦੋਂ ਤੁਸੀਂ ਉਹਨੂੰ ਪਹਿਚਾਣ ਲਿਆ, ਤੁਹਾਨੂੰ ਨੌਲੇਜ ਹੋ ਗਈ, ਦੈਨ ਉਹਨੂੰ ਦਿਨ ਦੀ ਲਾਈਟ ਦੇ ਵਿੱਚ ਲੈ ਕੇ ਆਓ। ਮੀਨਸ ਕਿ ਉਹਨੂੰ ਜੋ ਦੂਰ ਕਰਨ ਦਾ ਜੋ ਤਰੀਕਾ ਆ ਉਹਨੂੰ ਲੈ ਕੇ ਆਓ। ਐਂਡ ਵਾਚ ਦੈਮ ਸ਼੍ਰਿਵਲ ਅਪ। ਸ਼੍ਰਿਵਲ ਹੁੰਦਾ ਆ ਸ਼ਰਿੰਕ ਹੋ ਜਾਣਾ, ਸੁੱਕ ਜਾਣਾ। ਕਹਿੰਦੇ ਜਦੋਂ ਫਿਰ ਦਿਨ ਦਾ ਪ੍ਰਕਾਸ਼ ਜਿਹੜਾ ਸੂਰਜ ਦੀ ਰੋਸ਼ਨੀ ਉਹਦੇ 'ਤੇ ਪੈਂਦੀ ਆ ਤੁਹਾਡੇ ਡਰ ਦੇ ਉੱਤੇ, ਫਿਰ ਜਿਹੜਾ ਡਰ ਹੈ ਉਸ ਕੀ ਆ ਰੋਸ਼ਨੀ ਦੇ ਨਾਲ, ਧੁੱਪ ਦੇ ਨਾਲ ਸੁੱਕ ਜਾਂਦਾ ਆ, ਸ਼ਰਿੰਕ ਹੋ ਜਾਂਦਾ ਆ ਅਤੇ ਉਹ ਗਾਇਬ ਹੋ ਜਾਂਦਾ ਆ। ਅ ਫੇਅਰ ਇਜ਼ ਨਾਟ ਅਨਲਾਈਕ ਅ ਗੋਸਟ। ਫੇਅਰ ਜਿਹੜਾ ਆ ਉਹ ਗੋਸਟ ਕੀ ਹੁੰਦਾ ਆ, ਭੂਤ ਕਹਿ ਸਕਦੇ ਹਾਂ, ਠੀਕ ਹੈ, ਜਾਂ ਏਵਿਲ ਕਹਿ ਸਕਦੇ ਹਾਂ। ਗੋਸਟ ਦੀ ਤਰ੍ਹਾਂ ਨਹੀਂ ਹੁੰਦਾ। ਇਟ ਫਰਾਈਟਨਸ ਯੂ ਇਨ ਦ ਗਲੂਮ ਬਟ ਦੇਅਰ ਇਜ਼ਨਟ ਮਚ ਟੂ ਇਟ ਵੈਨ ਯੂ ਗੈਟ ਇਟ ਇਨ ਟੂ ਦਾ ਲਾਈਟ। ਹੁਣ ਉਹ ਕਹਿੰਦੇ ਕਿ ਇਹ ਤੁਹਾਨੂੰ ਡਰਾਉਂਦਾ ਆ, ਡਿਪਰੈਸ਼ਨ ਦੇ ਵਿੱਚ ਡਰਾਉਂਦਾ ਆ ਜਿਹੜਾ ਡਰ ਹੁੰਦਾ ਆ, ਠੀਕ ਹੈ। ਦੈਨ but there isn't much to it when you get into the light। ਕਹਿੰਦੇ ਅਗਰ ਤੁਸੀਂ ਇਹਨੂੰ ਲੈ ਆਉਂਦੇ ਹੋ, ਪ੍ਰਕਾਸ਼ ਦੇ ਵਿੱਚ ਲੈ ਆਉਂਦੇ ਹੋ, ਫਿਰ ਕੀ ਹੁੰਦਾ ਆ, ਫਿਰ ਇਹ ਤੁਹਾਨੂੰ ਡਰਾ ਨਹੀਂ ਸਕਦਾ। ਇਹ ਤੁਹਾਨੂੰ ਤੁਹਾਡੀ ਉਦਾਸੀ ਦੇ ਵਿੱਚ ਹੀ ਡਰਾ ਸਕਦਾ ਆ, ਹਨੇਰੇ ਦੇ ਵਿੱਚ, ਜਾਂ ਫਿਰ ਕਹਿ ਸਕਦੇ ਹਾਂ ਡਰਾ ਸਕਦਾ ਆ। ਬਟ ਕਹਿੰਦੇ ਅਗਰ ਤੁਸੀਂ ਇਹਨੂੰ ਪ੍ਰਕਾਸ਼ ਦੇ ਵਿੱਚ ਲੈ ਕੇ ਆਉਂਦੇ ਹੋ, ਜਿੱਦਾਂ ਪਿੱਛੇ ਉਹਨਾਂ ਨੇ ਕਿਹਾ ਕਿ ਧੁੱਪ ਦੇ ਵਿੱਚ ਅਗਰ ਤੁਸੀਂ ਲੈ ਕੇ ਆਉਂਦੇ ਹੋ ਤਾਂ ਸ਼ਰਿੰਕ ਹੋ ਜਾਂਦਾ ਆ। ਅਗਰ ਪ੍ਰਕਾਸ਼ ਦੇ ਵਿੱਚ ਲੈ ਕੇ ਆਉਂਗੇ ਫਿਰ ਇਹ ਤੁਹਾਨੂੰ ਡਰਾ ਨਹੀਂ ਸਕਦਾ। ਮੋਸਟ ਆਫ ਦ ਥਿੰਗਸ ਵਨ ਫੀਅਰਸ ਨੈਵਰ ਹੈਪਨ। ਬਹੁਤ ਸਾਰੀਆਂ ਚੀਜ਼ਾਂ ਜੋ ਇਨਸਾਨ ਸੋਚਦਾ ਆ ਉਹ ਹੁੰਦੀਆਂ ਹੀ ਨਹੀਂ ਆ ਅਸਲ ਦੇ ਵਿੱਚ। ਐਟ ਲੀਸਟ ਦੇ ਡੂ ਨਾਟ ਅਮਾਊਂਟ ਟੂ ਐਨੀਥਿੰਗ। As one frog in a pond may sound like 100 when one is trying to sleep, so one little fact may be enlarged। ਹੁਣ ਉਹ ਕਹਿੰਦੇ ਕਿ ਕਈ ਵਾਰ ਕੀ ਲੱਗਦਾ ਆ ਕਿ ਰਾਤ ਨੂੰ ਜਦੋਂ ਸੌਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਫਰੋਗ ਜਦੋਂ ਪੌਂਡ ਦੇ ਵਿੱਚ, ਫਰੋਗ ਪਤਾ ਆ ਸਾਨੂੰ ਡੱਡੂ ਹੁੰਦਾ ਆ, ਆਵਾਜ਼ ਕਰਦਾ ਆ, ਠੀਕ ਹੈ, ਰਾਤ ਨੂੰ। ਉਹ ਕਹਿੰਦੀ ਇੱਕ ਪੌਂਡ ਦੇ ਵਿੱਚ ਇੱਕ ਡੱਡੂ ਜਦੋਂ ਆਵਾਜ਼ ਕਰਦਾ ਆ, ਬਟ ਸਮਟਾਈਮ ਸਾਨੂੰ ਇੱਦਾਂ ਲੱਗਦਾ ਆ ਕਿ ਬਹੁਤ ਸਾਰੇ ਡੱਡੂ ਆਵਾਜ਼ ਕਰ ਰਹੇ ਆ, ਠੀਕ ਹੈ। ਫਿਰ ਮੀਨਸ ਕਿ ਉਹ ਗੱਲ ਕੋਈ ਵੀ ਨਹੀਂ ਹੁੰਦੀ, ਅਸੀਂ ਉਸ ਨੂੰ ਓਵਰ ਥਿੰਕਿੰਗ ਉਹਦੇ 'ਤੇ ਕਰਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ ਆ, ਅਸੀਂ ਉਸ ਚੀਜ਼ ਨੂੰ ਆਪਣੇ ਆਪ ਦੇ ਉੱਤੇ ਹਾਵੀ ਕਰ ਲੈਂਦੇ ਹਾਂ, ਠੀਕ ਹੈ। ਸੋ ਵਨ ਲਿਟਲ ਫੈਕਟ ਮੇ ਬੀ ਐਨਲਾਰਜਡ ਬਾਏ mental fear and distorted imaging out of all proportion to its real size। Distorted ਦਾ ਮਤਲਬ ਹੁੰਦਾ spoiled। ਹੁਣ ਕਹਿੰਦੇ ਕਿ ਨਿੱਕੀ ਜਿਹੀ ਗੱਲ ਨੂੰ ਅਸੀਂ ਵਧਾ ਚੜ੍ਹਾ ਕੇ ਸੋਚਦੇ ਹਾਂ ਅਤੇ ਸਾਡਾ ਜਿਹੜਾ ਖੁਸ਼ੀ ਆ ਜਾਂ ਫਿਰ ਸਾਡੀ ਜੋ ਵੀ ਇਨਰ ਜਿਹੜੀ ਸਟਰੈਂਥ ਆ ਅਸੀਂ ਉਹਨੂੰ ਸਪੋਇਲ ਕਰ ਦਿੰਦੇ ਹਾਂ ਓਵਰ ਥਿੰਕਿੰਗ ਕਰਕੇ। Once in a lonely cabin on a dark night। ਹੁਣ ਇੱਕ ਘਟਨਾ ਦਾ ਜ਼ਿਕਰ ਕਰ ਰਹੇ ਆ
ਗਿਲਬਰਟ। ਕਹਿੰਦੇ ਕਿ ਇੱਕ ਦਿਨ ਕੀ ਹੋਇਆ, ਇੱਕ ਰਾਤ ਨੂੰ, ਕਾਲੀ ਰਾਤ ਨੂੰ ਕੇਬਿਨ ਦੇ ਵਿੱਚ, ਆਪਣੇ ਕਮਰੇ ਦੇ ਵਿੱਚ ਇਕੱਲੇ ਸੀਗੇ। ਡੀਪ ਇਨ ਦਾ ਨਾਰਥ ਵੁੱਡਸ ਵਾਲੀ ਸਾਈਡ 'ਤੇ ਉਹ ਸੀਗੇ, ਜੰਗਲ ਦੇ ਵਿੱਚ ਕਿਤੇ। I heard on the porch noises that sent a shiver up my spine। ਕਹਿੰਦੇ ਕਿ ਮੈਨੂੰ ਅਚਾਨਕ ਇੱਕ ਆਵਾਜ਼ ਸੁਣਾਈ ਦਿੱਤੀ ਜਿਹਦੇ ਨਾਲ ਕੀ ਆ, ਮੈਂ ਬਿਲਕੁਲ ਕੰਬ ਗਿਆ। It sounded like the cautious approach of several intruders। ਇੰਟਰੂਡਰਸ ਹੁੰਦੇ ਆ ਘੁਸਪੈਠੀਏ, ਜਿਹੜੇ ਕੀ ਆ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਆ, ਗਰੁੱਪ ਆਫ ਪੀਪਲ, ਠੀਕ ਹੈ। ਉਹ ਕਹਿੰਦੇ ਕਿ ਮੈਨੂੰ ਉਹ ਆਵਾਜ਼ ਲੱਗੀ ਕਿ ਬਹੁਤ ਸਾਰੇ ਘੁਸਪੈਠੀਏ ਜਿਹੜੇ ਆ ਉਹ ਉਹਦੇ ਵੱਲ ਵੱਧ ਰਹੇ ਆ। I sat transfixed, rooted to my chair। ਕਹਿੰਦਾ ਕਿ ਮੈਂ ਆਪਣੀ ਚੇਅਰ ਦੇ ਉੱਤੇ ਬਿਲਕੁਲ ਜੰਮ ਗਿਆ, ਮੈਂ ਡਰ ਦੇ ਨਾਲ। With every hair seemingly standing on end। ਅਤੇ ਮੇਰੇ ਸਰੀਰ 'ਤੇ ਕਹਿੰਦਾ ਜਿੰਨੇ ਵੀ ਵਾਲ ਸੀ, ਮੇਰੇ ਰੌਂਗਟੇ ਜਿਹੜੇ ਸੀ, ਜਿਹਨੂੰ ਕਹਿੰਦੇ ਆਪਾਂ, ਖੜ੍ਹੇ ਹੋ ਗਏ। Newspaper accounts of a recent murder in that section flashed across my mind। ਹੁਣ ਨਿਊਜ਼ਪੇਪਰ ਦੇ ਵਿੱਚ ਮਰਡਰਸ ਦੀਆਂ ਖਬਰਾਂ ਆਉਂਦੀਆਂ ਪਈਆਂ ਸੀਗੀਆਂ, ਉਹ ਉਹਦੇ ਮਾਈਂਡ ਦੇ ਵਿੱਚ ਉਸ ਟਾਈਮ 'ਤੇ ਬਿਲਕੁਲ ਆ ਗਈਆਂ ਕਿ ਇੱਦਾਂ ਮਰਡਰ ਹੁੰਦੇ ਸੀਗੇ, ਜੋ ਉਹਨੇ ਪੜ੍ਹਿਆ ਸੀ। ਦਿਸ ਇਜ਼ ਦਾ ਐਂਡ ਆਈ ਥੋਟ। ਉਹਨੂੰ ਲੱਗਿਆ ਕਿ ਇਹ ਹੁਣ ਕੀ ਆ, ਉਹਦੀ ਜ਼ਿੰਦਗੀ ਦਾ ਖਾਤਮਾ ਆ, ਉਹਨੂੰ ਵੀ ਕੁਛ ਭੇਠੀਏ ਆ ਕੇ ਹੁਣ ਮਾਰ ਦੇਣਗੇ। ਬਟ ਆਈ ਵਾਜ਼ ਫਾਰ ਫਰੋਮ ਬੀਂਗ ਪ੍ਰੀਪੇਅਰ ਟੂ ਡਾਈ। ਪਰ ਕਹਿੰਦਾ ਕਿ ਮੈਂ ਮਰਨ ਵਾਸਤੇ ਤਿਆਰ ਬਿਲਕੁਲ ਨਹੀਂ ਸੀ ਉਸ ਟਾਈਮ 'ਤੇ। ਆਈ ਡਿਡਨਟ ਵਾਂਟ ਟੂ ਡਾਈ। ਮੈਂ ਮਰਨਾ ਨਹੀਂ ਚਾਹੁੰਦਾ ਸੀ। ਆਈ ਵਾਂਟਡ ਟੂ ਗੈਟ ਆਊਟ ਆਫ ਦੇਅਰ। ਮੈਂ ਉੱਥੋਂ ਬਾਹਰ ਨਿਕਲਣਾ ਚਾਹੁੰਦਾ ਸੀ। Finally, unable to stand the suspense longer and desperation lending bravado। ਹੁਣ ਕਹਿੰਦਾ ਕਿ ਮੈਂ ਉੱਥੇ ਪਹਿਲਾਂ ਬੈਠਾ ਰਿਹਾ, ਆਵਾਜ਼ ਸੁਣਦਾ ਰਿਹਾ, ਡਰਦਾ ਰਿਹਾ, ਬਟ ਕਹਿੰਦਾ ਫਾਈਨਲੀ ਮੈਂ ਕੀ ਕੀਤਾ, ਹਿੰਮਤ ਕੀਤੀ, ਹਿੰਮਤ ਦੇ ਨਾਲ ਉੱਠਿਆ। I leaped to the door and flung it open। ਮੈਂ ਦਰਵਾਜ਼ੇ ਵੱਲ ਵਧਿਆ ਅਤੇ ਝਟਕੇ ਦੇ ਨਾਲ, ਫਲੰਗ ਹੁੰਦਾ ਇੱਕਦਮ ਝਟਕੇ ਦੇ ਨਾਲ, ਉਹਨੇ ਦਰਵਾਜ਼ਾ ਖੋਲ੍ਹ ਦਿੱਤਾ। ਐਕਸਪੈਕਟਿੰਗ ਟੂ ਸੀ ਅ ਹੋਲ ਐਰੇ ਆਫ ਗੈਂਗਸਟਰਸ ਵਿਦ ਮਸ਼ੀਨ ਗਨਸ ਐਂਡ ਪਿਸਟਲਸ। ਕਹਿੰਦਾ ਕਿ ਮੈਂ ਕੀ ਐਕਸਪੈਕਟ ਕਰ ਰਿਹਾ ਸੀ ਕਿ ਦਰਵਾਜ਼ਾ ਖੋਲ੍ਹਦੇ ਹੀ ਉੱਥੇ ਬੜੇ ਗੈਂਗਸਟਰਸ ਦਾ ਗਰੁੱਪ ਹੋਏਗਾ ਖੜ੍ਹਾ ਮੇਰੇ ਸਾਹਮਣੇ, ਉਹਨਾਂ ਦੇ ਹੱਥਾਂ ਦੇ ਵਿੱਚ ਮਸ਼ੀਨ ਗਨਸ ਹੋਣਗੀਆਂ, ਪਿਸਟਲਸ ਹੋਣਗੀਆਂ। ਬਟ ਹੋਇਆ ਕਿ ਇੰਸਟੈਡ ਅ ਲਿਟਲ ਚਿਪਮੰਕ ਸਕੂਰੀਡ ਆਫ ਇਨਟੂ ਦਾ ਡਾਰਕਨੈਸ। ਪਰ ਕਹਿੰਦਾ ਜਦੋਂ ਦਰਵਾਜ਼ਾ ਖੋਲ੍ਹਿਆ ਅਤੇ ਇੱਕ ਚਿਪਮੰਕ ਹੀ ਹੁੰਦੀ, ਗਿਲਹਰੀ, ਇੱਕ ਛੋਟੀ ਜਿਹੀ ਗਿਲਹਰੀ ਸੀਗੀ ਜਿਹੜੀ ਆਵਾਜ਼ ਕਰ ਰਹੀ ਸੀਗੀ, ਅਤੇ ਜਦੋਂ ਉਹਨੇ ਮੈਨੂੰ ਦੇਖਿਆ ਉਹ ਡਰ ਕੇ ਕਿਤੇ ਹਨੇਰੇ ਦੇ ਵਿੱਚ ਗਾਇਬ ਹੋ ਗਈ। ਲੀਵਿੰਗ ਮੀ ਲਿੰਪ। ਲਿੰਪ ਹੁੰਦਾ ਵੋਕ ਵਿਦ ਡਿਫੀਕਲਟੀ, ਜਾਂ ਫਿਰ ਤੁਰਨ ਦੇ ਵਿੱਚ ਬਿਲਕੁਲ ਤੁਰਨ ਵਾਸਤੇ ਅਸਮਰੱਥ ਹੋ ਜਾਣਾ, ਬਿਲਕੁਲ ਜਾਨ ਨਾ ਬਚਣੀ ਡਰ ਦੇ ਕਾਰਨ, ਲੱਤਾਂ ਦੇ ਵਿੱਚ ਲੰਗੜਾ ਕਹਿ ਸਕਦੇ ਹਾਂ ਜਾਂ ਫਿਰ, ਠੀਕ ਹੈ। ਉਹ ਕਹਿੰਦਾ ਕਿ ਉਹ ਡਰ ਗਿਆ ਸੀ ਬਿਲਕੁਲ, ਕਿ ਉਹਨੂੰ ਲੱਗਿਆ ਕਿ ਗੈਂਗਸਟਰਸ ਆ ਗਏ ਉਹਨੂੰ ਮਾਰਨ ਵਾਸਤੇ, ਬਟ ਉਹਨੇ ਦੇਖਿਆ ਕਿ ਇੱਕ ਸਿਰਫ ਛੋਟੀ ਜਿਹੀ ਗਿਲਹਰੀ ਸੀ ਜਿਹੜੀ ਕਿ ਉਹਨੂੰ ਦੇਖ ਕੇ ਉਹ ਅੰਧੇਰੇ ਦੇ ਵਿੱਚ ਕਿਤੇ ਗਾਇਬ ਹੋ ਗਈ। ਉਹ ਕਹਿੰਦਾ ਬਟ ਮੈਂ ਇੰਨਾ ਡਰ ਗਿਆ ਸੀ, ਮੇਰੀਆਂ ਲੱਤਾਂ ਬਿਲਕੁਲ ਸੁੰਨ ਹੋ ਗਈਆਂ ਸੀਗੀਆਂ ਅਤੇ ਮੈਂ ਬਿਲਕੁਲ ਉੱਥੇ ਲੰਗੜਿਆਂ ਦੀ ਤਰ੍ਹਾਂ ਖੜ੍ਹਾ ਰਿਹਾ। But yet the learner of great lesson, namely that it is very salutary to get a good look at your fears, and that when you do, they are much less impressive than you had imagined them to be। ਹੁਣ ਇਹ ਐਗਜ਼ਾਮਪਲ ਇਸ ਕਰਕੇ ਦਿੱਤੀ ਆ ਗਿਲਬਰਟ ਨੇ ਕਿ ਕਈ ਵਾਰ ਜੋ ਹੁੰਦਾ ਆ, ਡਰ ਜਿਹੜਾ ਹੁੰਦਾ ਆ ਬਿਲਕੁਲ ਛੋਟਾ ਜਿਹਾ ਹੁੰਦਾ ਆ, ਜਿੱਦਾਂ ਕਿ ਹੁਣ ਇੱਥੇ ਇੱਕ ਗਿਲਹਰੀ ਤੋਂ ਡਰ ਗਿਆ ਜਿਹੜਾ ਲੇਖਕ ਸੀ, ਠੀਕ ਹੈ। ਉਹ ਹੁਣ ਡਰ ਗਿਆ, ਉਹਦੇ ਤੋਂ ਸੀਗਾ ਕੁਛ ਵੀ ਨਹੀਂ, ਉਹਦੀ ਜੇ ਮਾਈਂਡ ਦੇ ਵਿੱਚ ਉਹ ਸੋਚੀ ਜਾ ਰਿਹਾ ਸੀਗਾ ਕਿ ਉਹਨੇ ਨਿਊਜ਼ਪੇਪਰ ਦੇ ਵਿੱਚ ਮਰਡਰ ਦੀਆਂ ਨਿਊਜ਼ ਪੜ੍ਹੀਆਂ ਸੀਗੀਆਂ, ਬਟ ਗੱਲ ਕੋਈ ਵੀ ਨਹੀਂ ਸੀ। ਉਹ ਸਿਰਫ ਅਤੇ ਸਿਰਫ ਆਪਣੇ ਡਰ ਕਰਕੇ ਹੀ ਜਿਹੜਾ ਸੀ ਉਹਨੇ ਸੋਚ ਲਿਆ ਸੀ ਕਿ ਇੱਦਾਂ ਹੋਏਗਾ, ਠੀਕ ਹੈ। ਸੋ ਲਾਸਟ ਜੋ ਹੈ 4th ਪੁਆਇੰਟ, ਫੇਥ ਇਨ ਹਿਮ। ਹਿਮ ਹੇਅਰ ਮੀਨਸ ਗੋਡ। ਹਿਮ ਜਦੋਂ ਹਿਮ ਦਾ ਐਚ ਦਾ ਕੈਪੀਟਲ ਪਾਇਆ ਜਾਂਦਾ ਆ, ਦੈਨ ਉਹਦਾ ਮਤਲਬ ਹੁੰਦਾ ਗੋਡ ਨੂੰ ਰੈਫਰ ਕੀਤਾ ਗਿਆ। ਫੇਥ ਹੁੰਦਾ ਵਿਸ਼ਵਾਸ। ਅ ਗ੍ਰੇਟ ਜੈਪਨੀਜ਼ ਕਗਾਵਾ, ਅ ਪ੍ਰੀਚਰ ਐਂਡ ਸੋਸ਼ਲ ਵਰਕਰ, ਵਾਂਸ ਵਿਜ਼ਿਟਡ ਆਰ ਕੰਟਰੀ। ਇੱਕ ਵਾਰ ਕਹਿੰਦੇ ਕਿ ਜਾਪਾਨੀਜ਼ ਕਗਾਵਾ ਇੱਕ ਪ੍ਰੀਚਰ ਜਿਹੜਾ ਸੀਗਾ, ਪ੍ਰੀਚ ਜਿਹੜਾ ਕਰਦਾ, ਧਾਰਮਿਕ ਉਪਦੇਸ਼ ਕਹਿੰਦਾ ਆ, ਦਿੰਦਾ ਆ, ਸੋਸ਼ਲ ਵਰਕਰ ਸਾਡੀ ਕੰਟਰੀ ਦੇ ਵਿੱਚ ਆਇਆ। ਐਨਵੀ ਪੀਲ ਕਹਿ ਰਹੇ ਆ
Everyone noted that he carried about himself a sense of peace and poise. ਹਰ ਇੱਕ ਨੇ ਨੋਟਿਸ ਕੀਤਾ ਕਿ ਉਹ ਬਹੁਤ ਹੀ ਅਮਨ ਅਤੇ ਸ਼ਾਂਤੀ ਭਰਿਆ ਸੀਗਾ ਇਨਸਾਨ ਜਿਹੜਾ ਕਗਾਵਾ ਸੀ। An inner strength and confidence that was truly remarkable. ਇੱਕ inner strength ਸੀ ਉਹਦੇ ਵਿੱਚ ਤੇ confidence ਸੀ। ਕਗਾਵਾ had discovered a priceless secret. ਉਹਨੇ ਇੱਕ priceless secret ਦੱਸਿਆ। And he gave us his secret by saying that if does as he did, immerse himself over a long period in the grace of God. Immerse ਹੁੰਦਾ deeply involve, ਲੀਨ ਕਰ ਲੈਣਾ ਆਪਣੇ ਆਪ ਨੂੰ। ਉਹ ਕਹਿੰਦੇ ਕਿ ਹੁਣ ਉਹ ਕਗਾਵਾ ਨੇ ਕੀ ਸੀਕਰੇਟ ਦੱਸਿਆ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰ ਦੇਣਾ ਗੋਡ ਦੀ ਗ੍ਰੇਸ ਦੇ ਵਿੱਚ, ਗੋਡ ਦੀ ਭਗਤੀ ਦੇ ਵਿੱਚ। ਹੀ ਵਿਲ ਐਂਟਰ ਇਨਟੂ ਅ ਪ੍ਰੋਫਾਈਂਡ ਕਾਮ ਦੈਟ ਨਥਿੰਗ ਕੈਨ ਡਿਸਟਰੋਏ। ਕਹਿੰਦੇ ਅਗਰ ਕੋਈ ਇਨਸਾਨ ਇੱਦਾਂ ਕਰਦਾ ਆ, ਆਪਣੇ ਆਪ ਨੂੰ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਕਰਦਾ ਆ, ਕੋਈ ਵੀ ਦੁਨੀਆ ਦੀ ਤਾਕਤ ਉਹਨੂੰ ਨਸ਼ਟ ਨਹੀਂ ਕਰ ਸਕਦੀ। ਕਗਾਵਾ ਸੈਡ that encountering mobs threatened by soldiers, hurt by opponents, the calm never left him. ਕਗਾਵਾ ਨੇ ਦੱਸਿਆ ਕਿ ਜਿਹੜੀਆਂ ਮੌਬਸ ਸੀ, ਲੋਕਾਂ ਦੀਆਂ ਭੀੜਾਂ ਸੀਗੀਆਂ ਜਿਹੜੀਆਂ ਉਹਦੇ ਖਿਲਾਫ ਸੀਗੀਆਂ, ਜਾਂ ਫਿਰ ਸੋਲਜਰ ਧਮਕੀਆਂ ਧਮਕਾਉਂਦੇ ਆ, ਜਾਂ ਫਿਰ ਜਿਹੜੇ ਓਪੋਨੈਂਟਸ ਹੁੰਦੇ ਵਿਰੋਧੀ ਉਹਨੂੰ ਹਰਟ ਕਰਦੇ ਆ, ਉਹਨਾਂ ਚੀਜ਼ਾਂ ਨੇ ਕਦੀ ਵੀ ਕਗਾਵਾ ਨੂੰ ਡਿਸਟਰਬ ਨਹੀਂ ਕੀਤਾ। ਉਹ ਹਮੇਸ਼ਾ ਸ਼ਾਂਤ ਰਿਹਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਵੀ। ਹਿਜ਼ ਆਈਸਾਈਟ ਵਾਜ਼ ਥ੍ਰੈਟਨਡ, ਡਿਜ਼ੀਜ਼ ਐਫਲਿਕਟਿਵ ਹਿਮ। ਉਹਦੀ ਆਈਸਾਈਟ ਵੀ ਪ੍ਰਭਾਵਿਤ ਹੋਈ ਇਹਨਾਂ ਹਮਲਿਆਂ ਦੇ ਵਿੱਚ, ਜਾਂ ਫਿਰ ਓਪੋਜੀਸ਼ਨ ਦੇ ਕਰਕੇ ਉਹਨੂੰ ਜੋ ਬਿਮਾਰੀ ਨੇ ਵੀ ਪ੍ਰਭਾਵਿਤ ਕੀਤਾ। ਬਟ ਹੀ ਨੈਵਰ ਲੋਸਟ ਹਿਸ ਕਾਮ, ਬਟ ਉਹਨੇ ਕਦੀ ਵੀ ਆਪਣੀ ਸ਼ਾਂਤੀ ਦਾ ਜੋ ਪੱਲਾ ਸੀ ਨਹੀਂ ਛੱਡਿਆ। He testified that he was often amazed by the depth of this peace. ਉਹ ਕਹਿੰਦਾ ਕਿ ਮੈਂ ਜਿਹੜਾ ਕਗਾਵਾ ਕਹਿ ਰਿਹਾ ਆ ਕਿ ਜਿਹੜੀ ਸ਼ਾਂਤੀ ਸੀ, ਉਹ ਸ਼ਾਂਤੀ ਹੁਣ ਕਿੱਥੋਂ ਮਿਲੀ ਸੀ ਉਹਨੂੰ? ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਣ ਕਾਰਨ। ਉਹ ਕਹਿੰਦਾ ਕਿ ਮੈਨੂੰ ਇੰਨੀ ਸ਼ਾਂਤੀ ਮਿਲੀ ਲੀਨ ਹੋਣ ਕਾਰਨ ਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ, ਇਹਨਾਂ ਬੁਰੀਆਂ ਵੇਵਸ ਦਾ ਵੀ ਮੇਰੇ 'ਤੇ ਕੋਈ ਅਸਰ ਨਹੀਂ ਪਿਆ, ਪ੍ਰਭਾਵ ਨਹੀਂ ਪਿਆ। This he assured us he had found in God. ਉਹ ਕਹਿੰਦਾ ਕਿ ਇਹ ਸਾਰਾ ਕੁਝ, ਇੰਨੀ ਸਟਰੈਂਥ ਉਹਨੂੰ ਪਰਮਾਤਮਾ ਤੋਂ ਹੀ ਮਿਲੀ। In that relationship he lost his fears. ਇੱਦਾਂ ਕਰਕੇ ਉਹਨੇ ਆਪਣੇ ਜਿਹੜੇ ਡਰ ਸੀਗੇ ਉਹ ਦੂਰ ਕਰ ਲਏ ਸੀ ਕਗਾਵਾ ਨੇ। There is the real escape from fear. ਇੱਕ ਡਰ ਤੋਂ ਸੱਚਾ ਜਿਹੜਾ escape ਹੈ। Get a deep unshakable faith in the fact that you are not alone. ਕਹਿੰਦਾ ਕਿ ਇੱਕ ਅਨਸ਼ੇਕੇਬਲ ਹੁੰਦਾ ਨਾ ਡੋਲਣ ਵਾਲਾ, ਇੱਕ ਨਾ ਡੋਲਣ ਵਾਲਾ ਵਿਸ਼ਵਾਸ ਪਰਮਾਤਮਾ ਦੇ ਉੱਤੇ ਰੱਖੋ। ਬਟ ਦੈਟ ਗੋਡ ਵਾਚਿਸ ਓਵਰ ਯੂ ਐਂਡ ਕੇਅਰਸ ਫॉर ਯੂ ਐਂਡ ਵਿਲ ਬ੍ਰਿੰਗ ਯੂ ਥਰੂ ਆਲ ਡਿਫਿਕਲਟੀਜ਼। ਇਹ ਵਿਸ਼ਵਾਸ ਰੱਖੋ ਨਾ ਡੋਲਣ ਵਾਲਾ ਕਿ ਪਰਮਾਤਮਾ ਹੈ, ਉਹ ਤੁਹਾਨੂੰ ਦੇਖ ਰਿਹਾ ਹੈ, ਉਹ ਤੁਹਾਡੀ ਦੇਖਭਾਲ ਕਰ ਰਿਹਾ ਹੈ। ਹਰ ਇੱਕ ਡਿਫਿਕਲਟੀ, ਹਰ ਇੱਕ ਬੁਰੀ ਸਿਚੁਏਸ਼ਨ ਦੇ ਵਿੱਚ ਉਹ ਤੁਹਾਡੇ ਨਾਲ ਆ। ਦੈਨ ਯੂ ਵਿਲ ਹੈਵ ਟੋਟਲ ਪੀਸ ਆਫ ਮਾਈਂਡ। ਫਿਰ ਹੀ ਤੁਹਾਨੂੰ ਪੂਰਾ ਜੋ ਪੀਸ ਆਫ ਮਾਈਂਡ ਹੈ ਮਿਲ ਸਕੇਗਾ। ਕੌਨਫੀਡੈਂਸ ਨਾਟ ਫੀਅਰ ਵਿਲ ਬੀ ਯਰਸ ਫॉर ਐਵਰ। ਕੌਨਫੀਡੈਂਸ ਰੱਖੋ, ਫੇਥ ਇਨ ਹਿਮ, ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖੋ। ਦੈਨ ਕੋਈ ਵੀ ਦੁਨੀਆ ਦੀ ਤਾਕਤ ਆ ਬੁਰੀ ਤੁਹਾਨੂੰ ਡਰਾ ਨਹੀਂ ਸਕਦੀ, ਔਰ ਕੋਈ ਵੀ ਸਿਚੁਏਸ਼ਨ ਆ ਜਾਵੇ ਪਰਮਾਤਮਾ ਤੁਹਾਨੂੰ ਡੋਲਣ ਨਹੀਂ ਦੇਗਾ। ਪਰਮਾਤਮਾ ਹਮੇਸ਼ਾ ਤੁਹਾਡੀ ਜੋ ਰੱਖਿਆ ਕਰੇਗਾ। So students, this is all about your chapter number 3, Secret of Happiness. I hope now this chapter is clear to you. Just read the chapter from your books also. Next week we will meet with some another topic. Till then, take care of yourselves. Thank you.